Dear student, in today's lecture we are going to discuss motion in 1, 2 and 3 dimensions. ਲਾਸਟ ਲੈਕਚਰ ਦੇ ਵਿੱਚ ਅਸੀਂ ਮੋਸ਼ਨ ਬਾਰੇ ਜਿਹੜਾ ਹੈ ਅਸੀਂ ਡਿਸਕਸ ਕਰ ਚੁੱਕੇ ਹਾਂ ਕਿ ਜਦੋਂ ਵੀ ਬਾਡੀ ਆਪਣੀ ਪੋਜੀਸ਼ਨ ਜਿਹੜੀ ਹੈ ਚੇਂਜ ਕਰਦੀ ਹੈ ਵਿਦ ਰਿਸਪੈਕਟ ਟੂ ਇਮੀਡੀਏਟ ਸਰਾਊਂਡਿੰਗ ਦੇ ਅਕੋਰਡਿੰਗ ਆਪਣੀ ਪੋਜੀਸ਼ਨ ਚੇਂਜ ਕਰਦੀ ਹੈ ਤੇ ਅਸੀਂ ਕਹਿੰਦੇ ਆ ਕਿ ਬਾਡੀ ਜਿਹੜੀ ਹੈ ਉਹ ਮੋਸ਼ਨ 'ਚ ਹੈ। ਤੇ ਜੇ ਬਾਡੀ ਆਪਣੀ ਪੋਜੀਸ਼ਨ ਚੇਂਜ ਨਹੀਂ ਕਰਦੀ ਸਰਾਊਂਡਿੰਗ ਦੇ ਅਕੋਰਡਿੰਗ ਤੇ ਅਸੀਂ ਕਹਿੰਦੇ ਆ ਬਾਡੀ ਜਿਹੜੀ ਹੈ ਰੈਸਟ ਵਿੱਚ ਹੈਗੀ ਹੈ। ਨਾਓ ਕਿਸੇ ਵੀ ਬਾਡੀ ਦੀ ਮੋਸ਼ਨ ਨੂੰ ਜੇ ਅਸੀਂ ਕੰਸੀਡਰ ਕਰਨਾ ਹੈ, ਉਹਨੂੰ ਐਕਸਪ੍ਰੈਸ ਕਰਨਾ ਹੈ ਤੇ ਸਾਨੂੰ ਜਿਹੜਾ ਹੈ ਇੱਕ ਬਾਡੀ ਚਾਹੀਦੀ ਹੈ ਜਿਸ ਦਾ ਨਾਮ ਹੁੰਦਾ ਹੈ ਰੈਫਰੈਂਸ ਬਾਡੀ। ਕਿਸੇ ਵੀ ਬਾਡੀ ਦੀ ਮੋਸ਼ਨ ਨੂੰ ਕੰਸੀਡਰ ਕਰਨ ਵਾਸਤੇ ਸਾਨੂੰ ਜਿਹੜਾ ਹੈ ਇੱਕ ਰੈਫਰੈਂਸ ਬਾਡੀ ਦੀ ਜ਼ਰੂਰਤ ਹੈ ਜਿਹਦੇ ਅਕੋਰਡਿੰਗ ਅਸੀਂ ਦੱਸਾਂਗੇ ਕਿ ਇਹ ਬਾਡੀ ਜਿਹੜੀ ਹੈ ਉਹ ਮੋਸ਼ਨ 'ਚ ਹੈਗੀ ਹੈ। ਨਾਓ ਇਸ ਸਟੇਟਮੈਂਟ ਦਾ ਕੀ ਮਤਲਬ ਹੈ? ਸਪੋਜ਼ ਵੀ ਆਰ ਗੋਇੰਗ ਬਾਈ ਅ ਟ੍ਰੇਨ, ਅਸੀਂ ਟ੍ਰੇਨ ਦੇ ਵਿੱਚ ਜਾ ਰਹੇ ਹਾਂ ਤੇ ਸਾਡੇ ਨਾਲ ਜਿਹੜੇ ਨੇ ਹੋਰ ਵੀ ਪੈਸੰਜਰ ਬੈਠੇ ਹੋਏ ਨੇ। ਟ੍ਰੇਨ ਜਿਹੜੀ ਹੈ ਉਹ ਤੇ ਮੋਸ਼ਨ 'ਚ ਹੈ ਤੇ ਇਹਦਾ ਮਤਲਬ ਮੈਂ ਵੀ ਜਿਹੜਾ ਮੋਸ਼ਨ 'ਚ ਹਾਂ, ਪਰ ਜਿਹੜੇ ਮੇਰੇ ਨਾਲ ਕੋ ਪੈਸੰਜਰਸ ਬੈਠੇ ਨੇ ਉਹਦੇ ਅਕੋਰਡਿੰਗ ਮੈਂ ਕੱਚ ਹਾਂ, ਰੈਸਟ ਵਿੱਚ ਹਾਂ। ਤੇ ਜਿਹੜੀ ਟ੍ਰੇਨ ਦੀ ਜਿਹੜੀ ਬੋਗੀ ਹੈ ਉਹਦੀ 4 ਵਾਲਸ ਉਹਦੇ ਅਕੋਰਡਿੰਗ ਵੀ ਜਿਹੜਾ ਹੈ ਮੈਂ ਰੈਸਟ ਵਿੱਚ ਹਾਂ। ਬਟ ਐਕਚੁਅਲੀ ਆਈ ਐਮ ਇਨ ਮੋਸ਼ਨ, ਮੈਂ ਤੇ ਮੋਸ਼ਨ 'ਚ ਹਾਂ ਪਰ ਮੇਰੇ ਲਾਗੇ ਜਿਹੜੇ ਪੈਸੰਜਰ ਬੈਠੇ ਆ ਉਹਦੇ ਅਕੋਰਡਿੰਗ ਤੇ ਮੈਂ ਰੈਸਟ ਵਿੱਚ ਹੋ ਗਿਆ। ਇਹਦਾ ਮਤਲਬ ਮੇਰੀ ਮੋਸ਼ਨ ਜਿਹੜੀ ਹੈ ਉਹ ਐਕਸਪ੍ਰੈਸ ਨਹੀਂ ਹੋਈ। ਪਰ ਗੱਡੀ ਜਿਹੜੀ ਹੈ ਉਹ ਪਲੇਟਫਾਰਮ ਦੇ ਉੱਪਰ ਹੁਣ ਰੁਕਣ ਲੱਗੀ ਆ ਤੇ ਸਾਡਾ ਇੱਕ ਫਰੈਂਡ ਜਿਹੜਾ ਹੈ ਮੰਨ ਲਓ ਕਿ ਪਲੇਟਫਾਰਮ ਦੇ ਉੱਪਰ ਸਾਡੀ ਜਿਹੜੀ ਹੈ ਵੇਟ ਕਰ ਰਿਹਾ, ਉਹ ਵੇਖ ਰਿਹਾ ਕਿ ਟ੍ਰੇਨ ਆ ਰਹੀ ਹੈ, ਉਹਦੇ ਅਕੋਰਡਿੰਗ ਦੱਸੋ ਅਸੀਂ ਕੱਚ ਹੋਵਾਂਗੇ, ਅਸੀਂ ਟ੍ਰੇਨ 'ਚ ਆਏ, ਉਹਦੇ ਅਕੋਰਡਿੰਗ ਜਿਹੜਾ ਪਰਸਨ ਸਾਨੂੰ ਪਲੇਟਫਾਰਮ ਤੇ ਵੇਟ ਕਰ ਰਿਹਾ ਉਹਦੇ ਅਕੋਰਡਿੰਗ ਜਿਹੜਾ ਅਸੀਂ ਜਿਹੜੇ ਮੋਸ਼ਨ 'ਚ ਹੋਵਾਂਗੇ। ਇਹਦਾ ਮਤਲਬ ਸਾਡੀ ਮੋਸ਼ਨ ਨੂੰ ਕੰਸੀਡਰ ਕਰਨ ਵਾਸਤੇ, ਐਕਸਪ੍ਰੈਸ ਕਰਨ ਵਾਸਤੇ ਸਾਨੂੰ ਇੱਕ ਦੂਸਰੀ ਬਾਡੀ ਦੀ ਜਿਹੜੀ ਹੈ ਸਾਨੂੰ ਜ਼ਰੂਰਤ ਪੈ ਗਈ। ਉਹ ਬਾਡੀ ਕਿਹੜੀ ਹੈ? ਜਿਹੜਾ ਸਾਡਾ ਫਰੈਂਡ ਵੇਟ ਕਰ ਰਿਹਾ ਪਲੇਟਫਾਰਮ ਦੇ ਉੱਪਰ। ਦੈਟ ਇਜ਼ ਆਵਰ ਰੈਫਰੈਂਸ ਬਾਡੀ। ਉਸ ਬਾਡੀ ਦੇ ਅਕੋਰਡਿੰਗ ਜਿਹੜਾ ਹੈ ਅਸੀਂ ਆਪਣੀ ਜਿਹੜੀ ਮੋਸ਼ਨ ਨੂੰ ਐਕਸਪ੍ਰੈਸ ਕਰਾਂਗੇ ਐਂਡ ਦੈਟ ਇਜ਼ ਆਵਰ ਰੈਫਰੈਂਸ ਬਾਡੀ। ਨਾਓ ਰੈਫਰੈਂਸ ਬਾਡੀ ਦੇ ਨਾਲ ਅਸੀਂ ਕੀ ਕਰਦੇ ਹਾਂ? ਇੱਕ ਰੈਕਟੈਂਗੂਲਰ ਫਰੇਮ ਅਟੈਚ ਕਰ ਦਿੰਦੇ ਹਾਂ। ਰੈਫਰੈਂਸ ਬਾਡੀ ਦੇ ਨਾਲ ਅਸੀਂ ਇੱਕ ਰੈਕਟੈਂਗੂਲਰ ਫਰੇਮ XYZ ਅਸੀਂ ਅਟੈਚ ਕਰਦੇ ਹਾਂ। ਦੈਨ ਰੈਫਰੈਂਸ ਬਾਡੀ ਪਲੱਸ ਉਹ ਜਿਹੜਾ ਫਰੇਮ ਹੈ that is called, ਜਿਹੜਾ ਕੋਆਰਡੀਨੇਟ ਸਿਸਟਮ ਨਾਲ ਅਟੈਚ ਕਰਤਾ, this is called frame of reference। ਨਾਓ ਇਸ ਨੂੰ ਅਸੀਂ ਜਿਹੜਾ ਅੱਜ ਅਸੀਂ ਡਿਸਕਸ ਕਰਦੇ ਹਾਂ। ਅਸੀਂ ਜਿਹੜਾ 10th ਕਲਾਸ ਵਿੱਚ ਪੜ੍ਹਦੇ ਹਾਂ x ਐਕਸਿਸ, ਜਦੋਂ ਅਸੀਂ ਗ੍ਰਾਫ ਬਣਾਉਂਦੇ ਹਾਂ y ਐਕਸਿਸ ਤੇ ਆ ਸਾਡੇ ਕੋਲ ਆ ਗਈ z ਐਕਸਿਸ ਤੇ ਇਹ ਸਾਡੀ ਜਿਹੜੀ ਹੈ ਓਰੀਜਨ ਜਿਹੜਾ ਸਾਡਾ ਸਟਾਰਟਿੰਗ ਪੁਆਇੰਟ, ਮੰਨ ਲਓ ਆ ਸਾਡੀ ਜਿਹੜੀ ਰੈਫਰੈਂਸ ਬਾਡੀ ਇੱਥੇ ਹੈ ਓਰੀਜਨ ਤੇ, ਜਿਹਦੇ ਅਕੋਰਡਿੰਗ ਅਸੀਂ ਆਪਣੀ ਜਿਹੜੀ ਹੈ ਪੋਜੀਸ਼ਨ ਡਿਫਾਈਨ ਕਰਨੀ ਹੈ। ਆ ਜਿਹੜਾ ਫਰੇਮ ਹੈ ਰੈਕਟੈਂਗੂਲਰ ਫਰੇਮ XYZ, ਆ ਜਿਹੜਾ OXYZ ਜਿਹੜਾ ਰੈਕਟੈਂਗੂਲਰ ਫਰੇਮ ਹੈ ਇਸ ਨੂੰ ਅਸੀਂ ਬੋਲਦੇ ਹਾਂ ਕੋਆਰਡੀਨੇਟ ਐਕਸਿਸ। ਇਹ ਸਾਡੀਆਂ ਜਿਹੜੀਆਂ ਨੇ ਕੋਆਰਡੀਨੇਟ ਐਕਸਿਸ ਨੇ X, Y ਤੇ Z। ਨਾਓ ਇਹ ਜਿਹੜਾ ਫਰੇਮ ਹੈ ਇਹਨੂੰ ਅਟੈਚ ਉਸ ਰੈਫਰੈਂਸ ਬਾਡੀ ਦੇ ਨਾਲ ਕਰਨਾ ਹੈ ਜਿਹਦੇ ਅਕੋਰਡਿੰਗ ਅਸੀਂ ਆਪਣੀ ਮੋਸ਼ਨ ਨੂੰ ਡਿਫਾਈਨ ਕਰਨਾ ਹੈ। ਮੰਨ ਲਓ ਕਿ ਉਹ ਰੈਫਰੈਂਸ ਬਾਡੀ ਸਾਡੀ ਜਿਹੜੀ ਹੈ ਕਿਹੜੇ ਪੁਆਇੰਟ ਦੇ ਉੱਪਰ ਹੈ? ਉਹ ਰੈਫਰੈਂਸ ਬਾਡੀ ਸਾਡੀ ਜਿਹੜੀ ਹੈ ਓਰੀਜਨ ਦੇ ਉੱਪਰ ਜਿਹੜੀ ਬਾਡੀ ਸਾਡੀ ਉਹ ਪਈ ਹੋਈ ਹੈ। ਨਾਓ ਇਹਨੂੰ ਅਸੀਂ ਅੱਜ ਜਿਹੜਾ ਡਿਸਕਸ ਕਰਦੇ ਹਾਂ। ਨੰਬਰ 1, what is motion in one dimension? ਸਭ ਨਾਲ ਪਹਿਲਾਂ ਅਸੀਂ ਡਿਸਕਸ ਕਰਾਂਗੇ ਕਿ motion in one dimension ਕੀ ਚੀਜ਼ ਹੈ। ਸਪੋਜ਼ ਮੰਨ ਲਓ ਕਿ ਇੱਕ ਬਾਡੀ ਜਿਹੜੀ ਹੈ ਇਸ ਤਰ੍ਹਾਂ ਮੂਵ ਕਰਦੀ ਹੈ ਕਿ ਸਿਰਫ ਤੇ ਸਿਰਫ ਉਹਦਾ
ਇੱਕੋ ਹੀ ਕੋਆਰਡੀਨੇਟ ਜਿਹੜਾ ਹੈ ਉਹ ਚੇਂਜ ਹੁੰਦਾ ਹੈ, ਇੱਕੋ ਹੀ ਕੋਆਰਡੀਨੇਟ ਚੇਂਜ ਹੁੰਦਾ ਹੈ, then it is called motion in one dimension। ਇਸ ਨੂੰ ਅਸੀਂ ਬੋਲਾਂਗੇ motion in one dimension, ਜਦੋਂ ਸਿਰਫ ਇੱਕੋ ਹੀ ਕੋਆਰਡੀਨੇਟ ਜਿਹੜਾ ਹੈ ਉਹ ਸਾਡਾ ਚੇਂਜ ਹੋਵੇ, ਜਾਂ x ਚੇਂਜ ਹੋਵੇ, ਜਾਂ y ਚੇਂਜ ਹੋਵੇ, ਜਾਂ ਸਾਡਾ ਜਿਹੜਾ ਹੈ z ਚੇਂਜ ਹੋਵੇ। ਸਪੋਜ਼ ਮੰਨ ਲਓ ਕਿ ਇੱਕ ਬਾਡੀ ਜਿਹੜੀ ਹੈ origin ਤੋਂ ਤੁਰੀ and it moves along x axis, ਉਹ x axis ਵਾਲੇ ਪਾਸੇ ਜਿਹੜਾ ਹੈ ਉਹ ਚਲੀ ਗਈ, ਤੇ ਬਾਡੀ ਜਿਹੜੀ ਹੈ ਆਫਟਰ ਟਾਈਮ t, ਬਾਡੀ ਜਿਹੜੀ ਸਾਡੀ ਹੈ A ਪੁਆਇੰਟ ਤੇ ਪਹੁੰਚ ਗਈ ਆਫਟਰ ਕਵਰਿੰਗ 2 ਮੀਟਰ। ਬਾਡੀ ਨੇ 2 ਮੀਟਰ ਡਿਸਟੈਂਸ ਕਵਰ ਕੀਤਾ ਤੇ ਉਹ ਬਾਡੀ ਜਿਹੜੀ ਹੈ ਸਾਡੀ A ਪੁਆਇੰਟ ਦੇ ਉੱਪਰ ਜਿਹੜੀ ਬਾਡੀ ਸਾਡੀ ਉਹ ਪਹੁੰਚ ਗਈ ਹੈ। ਨਾਓ ਇਹਦੇ ਵਿੱਚ ਤੁਸੀਂ ਦੇਖਿਆ ਕਿ ਸਿਰਫ ਤੇ ਸਿਰਫ x ਚੇਂਜ ਹੋ ਰਿਹਾ ਹੈ, ਇੱਥੋਂ ਤੁਰੀ ਬਾਡੀ origin ਤੋਂ ਸਿਰਫ ਤੇ ਸਿਰਫ ਉਹ x ਦੇ ਅਲੋਂਗ ਜਾ ਰਹੀ ਹੈ, ਇੱਕੋ ਹੀ ਉਹਦਾ ਕੋਆਰਡੀਨੇਟ ਚੇਂਜ ਹੋ ਰਿਹਾ, ਨਾ ਉਹਦਾ y 'ਚ ਫਰਕ ਪਿਆ, ਨਾ ਉਹਦਾ ਜਿਹੜਾ ਹੈ z ਵਿੱਚ ਫਰਕ ਪਿਆ, ਤੇ ਬਾਡੀ ਸਾਡੀ ਜਿਹੜੀ ਹੈ A ਪੁਆਇੰਟ ਤੇ ਪਹੁੰਚ ਗਈ। ਇਹਦਾ ਮਤਲਬ A ਦੇ ਜਿਹੜੇ ਸਾਡੇ ਕੋਆਰਡੀਨੇਟਸ ਹੋਣਗੇ ਕਿਹੜੇ ਹੋਣਗੇ 2, ਕਿਉਂਕਿ x ਦੀ ਵੈਲਿਊ, y ਕਿੰਨਾ ਹੈ ਸਾਡਾ 0, ਤੇ ਸਾਡਾ z ਵੀ ਕਿੰਨਾ ਹੈ 0। ਇਸ ਤਰ੍ਹਾਂ ਦੀ ਮੋਸ਼ਨ ਜਿਹਦੇ ਵਿੱਚ ਸਿਰਫ ਇੱਕੋ ਹੀ ਕੋਆਰਡੀਨੇਟ ਦੇ ਵਿੱਚ ਚੇਂਜ ਆਵੇ, ਉਸ ਮੋਸ਼ਨ ਨੂੰ ਬੋਲਦੇ ਆ ਮੋਸ਼ਨ ਇਨ ਵਨ ਡਾਈਮੈਂਸ਼ਨ। ਬਾਡੀ ਜਿਹੜੀ ਜ਼ਰੂਰੀ ਨਹੀਂ ਹੈ ਕਿ A ਵਾਲੇ ਪਾਸੇ ਜਾਵੇ, ਜੇ ਬਾਡੀ ਜਿਹੜੀ ਹੈ ਮੰਨ ਲਓ y ਵਾਲੇ ਪਾਸੇ ਜਾਣੀ ਸ਼ੁਰੂ ਹੋ ਗਈ, ਉਹ ਇੱਥੇ B ਪੁਆਇੰਟ ਤੇ ਪਹੁੰਚਦੀ ਹੈ, ਮੰਨ ਲਓ ਆ ਸਾਡਾ 2 ਮੀਟਰ ਹੈ, ਤੇ ਇਹਦੇ ਕੋਆਰਡੀਨੇਟ ਕਿਹੜੇ ਹੋਣਗੇ, x ਕਿੰਨਾ ਹੋ ਗਿਆ 0, ਤੇ y ਦੀ ਵੈਲਿਊ ਕਿੰਨੀ ਹੋ ਗਈ 2, ਤੇ ਸਾਡਾ ਜਿਹੜਾ z ਕਿੰਨਾ ਹੈ 0। ਜਦੋਂ ਮੋਸ਼ਨ ਦੇ ਵਿੱਚ ਇੱਕੋ ਕੋਆਰਡੀਨੇਟ 'ਚ ਫਰਕ ਪਾਵੇ, ਭਾਵੇਂ x 'ਚ, ਭਾਵੇਂ y 'ਚ, ਭਾਵੇਂ z 'ਚ, ਉਹਨੂੰ ਅਸੀਂ ਬੋਲਦੇ ਹਾਂ ਮੋਸ਼ਨ ਇਨ ਵਨ ਡਾਈਮੈਂਸ਼ਨ। ਇਹਦੀ ਐਗਜ਼ਾਮਪਲ ਕੀ ਹੈ, ਮੰਨ ਲਓ ਅਸੀਂ GT ਰੋਡ ਦੇ ਉੱਪਰ ਸਿੱਧਾ ਹੀ ਜਾ ਰਹੇ ਹਾਂ, ਸਿੱਧੀ ਸੜਕ ਹੈ, ਅਸੀਂ ਸਿੱਧਾ ਹੀ ਤੁਰੇ ਜਾ ਰਹੇ ਹਾਂ। ਅਸੀਂ ਜਿਹੜਾ ਹੈ ਬੱਸ ਅੱਡੇ ਤੋਂ ਤੁਰੇ ਸਿੱਧਾ GT ਰੋਡ ਤੇ ਤੁਰੇ ਗਏ, ਸਾਨੂੰ ਸਾਡਾ ਫਰੈਂਡ ਕੋਈ ਪੁੱਛਦਾ ਵੀ ਇੱਥੇ ਇੱਕ ਬੰਦਾ ਸੀ ਉਹ ਕਿੱਥੇ ਕੁ ਗਿਆ ਹੈ, ਤੁਸੀਂ ਮੇਰੀ ਪੋਜੀਸ਼ਨ ਦੱਸ ਸਕਦੇ ਜੇ। ਤੁਸੀਂ ਉਹਨੂੰ ਕੀ ਕਹੋਗੇ ਕਿ ਬਸ ਇੱਥੋਂ ਜਿਹੜਾ ਹੈ ਬੱਸ ਸਟੈਂਡ ਤੋਂ ਮੰਨ ਲਓ ਵੀ 15 ਕਿਲੋਮੀਟਰ ਦੂਰ ਚਲੇ ਜਾਓ, ਉੱਥੇ ਤੁਹਾਨੂੰ ਉਹਦੀ ਪੋਜੀਸ਼ਨ ਲੱਭ ਜਾਏਗੀ, ਇੱਥੋਂ ਸਿਰਫ 15 ਕਿਲੋਮੀਟਰ ਅੱਗੇ ਜਾਣਾ ਹੈ। ਇਹਦਾ ਮਤਲਬ ਤੁਸੀਂ ਸਿਰਫ ਇੱਕ ਇਨਫੋਰਮੇਸ਼ਨ ਦਿੱਤੀ ਹੈ ਕਿ ਤੁਸੀਂ ਸਿਰਫ 15 ਕਿਲੋਮੀਟਰ ਅਲੋਂਗ ਦਾ ਸਟ੍ਰੇਟ ਲਾਈਨ ਮੂਵ ਕਰ ਜਾਓ। ਇਹਦਾ ਮਤਲਬ ਕਿ ਸਾਡੀ ਜਿਹੜੀ ਮੋਸ਼ਨ ਇਨ ਅ ਸਟ੍ਰੇਟ ਲਾਈਨ, ਇਟ ਇਜ਼ ਐਨ ਐਗਜ਼ਾਮਪਲ ਆਫ ਮੋਸ਼ਨ ਇਨ ਵਨ ਡਾਈਮੈਂਸ਼ਨ, ਜਿਹਦੇ ਵਿੱਚ ਸਿਰਫ ਤੇ ਸਿਰਫ ਇੱਕੋ ਹੀ ਕੋਆਰਡੀਨੇਟ 'ਚ ਫਰਕ ਪੈਂਦਾ ਹੈ। ਮੰਨ ਲਓ ਵੀ ਆ ਸਾਡੇ ਕੋਲ ਚੌਕ ਦਾ ਪੀਸ ਹੈ, ਇਹਨੂੰ ਮੈਂ ਛੱਡ ਦੇਵਾਂ ਤੇ ਇਹ ਨੀਚੇ ਡਿੱਗੇਗਾ, ਇਹਦੇ ਵਿੱਚ ਸਿਰਫ ਤੇ ਸਿਰਫ ਸਾਡਾ ਜਿਹੜਾ ਹੈ z ਐਕਸਿਸ, ਜਿਸ ਤਰ੍ਹਾਂ ਸਾਡਾ ਰੂਮ ਹੈ, ਰੂਮ ਦਾ ਜਿਹੜਾ ਕਾਰਨਰ ਹੁੰਦਾ ਹੈ, ਕਾਰਨਰ ਦੇ ਵਿੱਚ ਅਸੀਂ ਮੰਨਦੇ ਹਾਂ ਕਿ ਇਧਰੋਂ x ਐਕਸਿਸ, ਇੱਕ ਆ y ਹੋ ਗਈ, ਤੇ ਜਿਹੜੀ ਉੱਪਰ ਜਾਂਦੀ ਹੈ ਕਮਰੇ ਵਾਲੀ ਐਕਸਿਸ ਉਹਨੂੰ ਅਸੀਂ ਮੰਨਦੇ ਹਾਂ z ਐਕਸਿਸ। ਉਹਨੂੰ ਅਸੀਂ ਸਾਈਡ ਤੇ ਇਸ ਤਰ੍ਹਾਂ ਸ਼ੋ ਕਰਦੇ ਹਾਂ, ਐਕਚੁਅਲੀ ਇਹ ਇਸ ਤਰ੍ਹਾਂ ਹੈਗੀ ਹੈ, ਪਰਪੈਂਡੀਕੂਲਰ ਹੈ। ਇਹ ਤਿੰਨੋਂ ਐਕਸਿਸ ਜਿਹੜੀਆਂ ਹੁੰਦੀਆਂ ਆਪਸ ਵਿੱਚ ਪਰਪੈਂਡੀਕੂਲਰ ਨੇ, ਤੇ ਅਸੀਂ ਗੱਲ ਕਰ ਰਹੇ ਹਾਂ ਮੋਸ਼ਨ ਇਨ ਵਨ ਡਾਈਮੈਂਸ਼ਨ, ਜਿਹਦੇ ਵਿੱਚ ਇੱਕੋ ਹੀ ਕੋਆਰਡੀਨੇਟ ਚੇਂਜ ਹੁੰਦਾ ਹੈ। ਵੈਨ ਦਾ ਐਪਲ ਫਾਲਸ ਫਰੋਮ ਅ ਟਰੀ, ਬਿਲਕੁਲ ਸਟ੍ਰੇਟ ਦਿਖੇਗਾ ਥੱਲੇ, ਇਟ ਇਜ਼ ਐ ਐਗਜ਼ਾਮਪਲ ਆਫ ਮੋਸ਼ਨ ਇਨ ਵਨ ਡਾਈਮੈਂਸ਼ਨ। ਵੈਨ ਵੀ ਮੂਵ by on a straight road, it is an example of one dimension. The train moving on a parallel track, ਉਹ ਵੀ ਸਾਡੀ ਜਿਹੜੀ motion in one dimension ਹੈਗੀ ਹੈ। Now second ਜਿਹੜਾ ਹੈ ਸਾਡੇ ਕੋਲ motion in two dimension। motion in two dimension ਕੀ ਚੀਜ਼ ਹੈ? Now this is your x axis, now this is the y axis, and this is the origin। ਮੰਨ ਲਓ ਕਿ ਕੋਈ ਜਿਹੜਾ ਹੈ ਕਾਕਰੋਚ ਆ ਗਿਆ, ਉਸ ਕਾਕਰੋਚ ਦੀ ਸਾਨੂੰ ਜਿਹੜੀ ਹੈ ਪੋਜੀਸ਼ਨ ਦੱਸਣੀ ਹੈ। ਕੋਈ ਸਾਨੂੰ ਪੁੱਛਦਾ ਵੀ ਕਾਕਰੋਚ ਹੈ ਕਿੱਥੇ, ਅਸੀਂ ਉਹਦੀ ਪੋਜੀਸ਼ਨ ਜਿਹੜੀ ਹੈ ਦੱਸਣੀ ਹੈ। ਮੰਨ ਲਓ ਵੀ ਕਾਕਰੋਚ ਜਿਹੜਾ ਹੈ ਇੱਥੇ ਕਾ ਪਹੁੰਚ ਚੁੱਕਾ ਹੈ, ਕਿਹੜੇ ਪੁਆਇੰਟ ਤੇ ਆ, P ਪੁਆਇੰਟ ਤੇ ਬੈਠਾ ਹੈ। ਕੋਈ ਸਾਨੂੰ ਆ ਕੇ ਪੁੱਛਦਾ ਵੀ ਕਾਕਰੋਚ ਜਿਹੜਾ ਹੈ ਕਿੱਥੇ ਕਾ ਹੈ, ਅਸੀਂ ਕੀ ਕਰਾਂਗੇ? ਅਸੀਂ ਪਹਿਲਾਂ ਉਹਨੂੰ ਕਹਾਂਗੇ ਕਿ x origin ਤੋਂ, ਇਹ ਸਾਡਾ ਰੈਫਰੈਂਸ ਪੁਆਇੰਟ, origin ਤੋਂ ਜਿਹੜਾ ਹੈ
ਪਹਿਲਾਂ ਤੁਸੀਂ x ਐਕਸਿਸ ਦੇ ਅਲੋਂਗ ਜਿਹੜਾ ਹੈ ਮੰਨ ਲਓ ਵੀ 3 ਮੀਟਰ ਜਾਓ ਕਿ x ਐਕਸਿਸ ਅਲੋਂਗ 3 ਮੀਟਰ ਜਾਓ। ਜਦੋਂ ਉਹ x ਐਕਸਿਸ ਦੇ ਅਲੋਂਗ 3 ਮੀਟਰ ਜਾਏਗਾ ਕੀ ਉਹਨੂੰ ਉਹ ਕਾਕਰੋਚ ਜਿਹੜਾ ਹੈ ਉਹ ਇਨਸੈਕਟ ਲੱਭੇਗਾ, ਉਹ ਬਾਡੀ ਲੱਭੇਗੀ? ਨਹੀਂ ਲੱਭੇਗੀ, ਕਿਉਂਕਿ ਬਾਡੀ ਦੇ ਇਸ ਪੁਆਇੰਟ ਤੇ ਪਈ ਹੈ। ਇਹਦਾ ਮਤਲਬ ਸਾਨੂੰ ਇੱਕ ਇਨਫੋਰਮੇਸ਼ਨ ਹੋਰ ਦੇਣੀ ਪਏਗੀ ਕਿ y ਦੀ ਵੈਲਿਊ ਵੀ ਸਾਨੂੰ ਦੱਸਣੀ ਪਏਗੀ। ਤੇ ਫਿਰ ਅਸੀਂ ਕਹਾਂਗੇ ਜਦੋਂ ਤੁਸੀਂ 3 ਮੀਟਰ ਕਵਰ ਕਰ ਲਿਆ ਉਸ ਤੋਂ ਬਾਅਦ ਜਿਹੜਾ ਹੈ ਤੁਸੀਂ ਉੱਪਰ ਚਲੇ ਜਾਣਾ ਹੈ y ਐਕਸਿਸ ਵਾਲੇ ਪਾਸੇ, ਹਾਂਜੀ 2 ਮੀਟਰ। ਫਿਰ ਸਾਨੂੰ ਜਿਹੜਾ ਹੈ ਬਾਡੀ ਦੀ ਪੋਜੀਸ਼ਨ ਪਤਾ ਲੱਗ ਜਾਏਗੀ। ਇਹਦਾ ਮਤਲਬ ਜਦੋਂ ਬਾਡੀ ਜਿਹੜੀ ਹੈ ਪਲੇਨ ਦੇ ਵਿੱਚ ਹੈ, ਦਿਸ ਇਜ਼ ਅ ਪਲੇਨ, ਇਹਦੀ ਪੋਜੀਸ਼ਨ ਦੱਸਣ ਵਾਸਤੇ ਸਾਨੂੰ ਦੋ ਕੋਆਰਡੀਨੇਟ ਦੀ ਜ਼ਰੂਰਤ ਪਈ। ਇੱਕ ਸਾਨੂੰ x ਐਕਸ ਤੇ ਇੱਕ ਸਾਡੀ y, ਤੇ ਇਹਦੇ ਜਿਹੜੇ ਕੋਆਰਡੀਨੇਟਸ ਹੋਣਗੇ 3 ਤੇ 2, 3 ਮੀਟਰ ਤੇ 2 ਮੀਟਰ। ਇਸ ਬਾਡੀ ਦੀ ਪੋਜੀਸ਼ਨ ਨੂੰ ਐਕਸਪ੍ਰੈਸ ਕਰਨਾ ਹੈ ਤੇ ਘੱਟੋ ਘੱਟ ਸਾਨੂੰ ਦੋ ਕੋਆਰਡੀਨੇਟਸ ਚਾਹੀਦੇ ਨੇ। ਕਲੀਅਰ? ਨਾਓ ਮੰਨ ਲਓ ਕਿ ਬਾਡੀ ਜਿਹੜੀ ਹੈ ਜਦੋਂ ਅਸੀਂ ਇੱਥੇ ਪਹੁੰਚੇ ਤੇ ਉਹ ਜਿਹੜਾ ਕਾਕਰੋਚ ਸੀ ਮੰਨ ਲਓ ਇੱਥੇ ਪਹੁੰਚ ਗਿਆ, ਇਹ P ਤੋਂ ਜਿਹੜਾ ਹੈ ਪੁਆਇੰਟ ਸਾਡਾ Q ਤੇ ਚਲਾ ਗਿਆ। ਜਦੋਂ ਉਹ Q ਤੇ ਚਲਾ ਗਿਆ ਤੇ ਸਾਡੀ ਜਿਹੜੀ ਹੈ ਪੋਜੀਸ਼ਨ ਹੁਣ ਨਵੀਂ ਹੋ ਗਈ। ਤੇ ਹੁਣ ਦੱਸੋ ਕੀ x ਚੇਂਜ ਹੋਇਆ? ਕੀ x ਦੀ ਵੈਲਿਊ ਚੇਂਜ ਹੋਈ? ਯੈਸ, ਕਿਉਂਕਿ ਸਾਡੇ ਕੋਲ x ਦੀ ਵੈਲਿਊ ਇੰਨੀ ਹੋ ਗਈ। ਕੀ y ਚੇਂਜ ਹੋਇਆ? y ਦੀ ਵੈਲਿਊ ਵੀ ਸਾਡੀ ਚੇਂਜ ਹੋ ਗਈ। ਇਹਦਾ ਮਤਲਬ ਜਦੋਂ ਬਾਡੀ ਦੀ ਨੂੰ ਐਕਸਪ੍ਰੈਸ ਕਰਨ ਵਾਸਤੇ ਸਾਨੂੰ ਘੱਟੋ ਘੱਟ ਦੋ ਕੋਆਰਡੀਨੇਟਸ ਦੀ ਜ਼ਰੂਰਤ ਪਵੇ, ਇੱਕ x ਦੀ ਤੇ y ਦੀ, ਕਿਸੇ ਵੀ ਦੋ ਕੋਆਰਡੀਨੇਟਸ ਦੀ ਜ਼ਰੂਰਤ ਪਵੇ ਤੇ ਅਸੀਂ ਕਹਾਂਗੇ this is the motion in 2 dimension। motion in 2 dimension ਇਹਦੀ ਐਗਜ਼ਾਮਪਲ ਕੀ ਹੈ? ਜਦੋਂ ਤੁਸੀਂ ਕੈਰਮ ਬੋਰਡ ਖੇਡਦੇ ਜੇ, ਕੈਰਮ ਬੋਰਡ ਦਾ ਤੁਸੀਂ ਇੱਕ ਬੋਰਡ ਦੇਖਿਆ ਤੇ ਜਿਹੜੀ ਕੁਆਇਨ ਹੁੰਦਾ ਤੁਹਾਡਾ ਉਹਦੀ ਪੋਜੀਸ਼ਨ ਦੱਸਣੀ ਹੋਵੇ ਤੇ ਇਹ ਜਿਹੜਾ ਸਾਡਾ ਕਾਰਨਰ ਹੈ ਉਹ ਸਾਡਾ origin ਤੇ ਇਹਦੀ ਪੋਜੀਸ਼ਨ ਦੱਸਣੀ ਹੋਵੇ ਤੇ ਸਾਨੂੰ x ਐਕਸਿਸ ਤੇ y ਐਕਸਿਸ ਦੋਨਾਂ ਦੀ ਜ਼ਰੂਰਤ ਪਏਗੀ। ਤੇ ਜਦੋਂ ਕੁਆਇਨਸ ਜਿਹੜੇ ਵਿੱਚ ਮੂਵ ਕਰਦੇ ਨੇ ਉਹਦਾ x ਵੀ ਚੇਂਜ ਹੁੰਦਾ ਹੈ ਤੇ y ਵੀ ਚੇਂਜ ਹੁੰਦਾ ਹੈ। ਇਸ ਕਰਕੇ ਜਿਹੜੀ ਹੈ ਕੈਰਮ ਦੀ ਐਗਜ਼ਾਮਪਲ ਜਿਹੜੀ ਹੈ ਉਹ ਮੋਸ਼ਨ ਇਨ 2 ਡਾਇਮੈਂਸ਼ਨ ਦੀ ਐਗਜ਼ਾਮਪਲ ਹੈ। ਜਦੋਂ ਵੀ ਮੋਸ਼ਨ ਪਲੇਨ ਦੇ ਵਿੱਚ ਹੋਵੇ, 2 ਡਾਇਮੈਂਸ਼ਨ ਮੋਸ਼ਨ ਦਾ ਮਤਲਬ ਪਲੇਨ, ਜਿਸ ਤਰ੍ਹਾਂ ਹੁਣ ਇਹ ਕਮਰਾ ਹੈ, ਕਮਰੇ ਦਾ ਜਿਹੜਾ ਫਰਸ਼ ਹੈ ਉਹ ਇੱਕ ਪਲੇਨ ਹੈ। ਇੱਕ x ਐਕਸਿਸ ਨਜ਼ਰ ਆਏਗੀ ਤੁਹਾਨੂੰ, ਇੱਕ y ਐਕਸਿਸ ਨਜ਼ਰ ਆਏਗੀ। ਇਹ ਤੁਹਾਡੀ ਕਾਪੀ ਹੈ, ਕਾਪੀ ਵਿੱਚ ਵੀ x ਐਕਸਿਸ ਤੇ y ਐਕਸਿਸ ਸਾਡੀ ਬਣੀ ਹੁੰਦੀ ਹੈ। ਜਦੋਂ ਵੀ ਕਾਪੀ ਦੇ ਵਿੱਚ ਅਸੀਂ ਲਿਖਦੇ ਹਾਂ ਜਾਂ ਕੋਈ ਫਿਗਰ ਅਸੀਂ ਡਰਾ ਕਰਦੇ ਹਾਂ ਡਰਾਇੰਗ ਸ਼ੀਟ ਦੇ ਉੱਪਰ, ਕਦੀ ਉੱਪਰ ਜਾਂਦੇ ਹਾਂ ਨੀਚੇ ਜਾਂਦੇ ਹਾਂ, ਉਹ ਸਾਡੀ ਜਿਹੜੀ ਹੈ ਮੋਸ਼ਨ ਇੱਕ ਕਿਸਮ ਦੀ ਜਿਹੜੀ ਹੈ ਉਹ 2 ਡਾਇਮੈਂਸ਼ਨ ਹੈ, ਕਿਉਂਕਿ ਸਾਡਾ x ਵੀ ਚੇਂਜ ਹੁੰਦਾ ਹੈ ਤੇ y ਵੀ ਚੇਂਜ ਹੁੰਦਾ ਹੈ। ਨਾਓ ਸਾਨੂੰ ਦੋ ਚੀਜ਼ਾਂ ਕਲੀਅਰ ਹੋ ਗਈਆਂ। ਜੇ ਤੇ ਅਸੀਂ ਕਹੀਏ ਮੋਸ਼ਨ ਇਨ 1 ਡਾਇਮੈਂਸ਼ਨ, ਇਹਦਾ ਮਤਲਬ ਅਸੀਂ ਸਟ੍ਰੇਟ ਲਾਈਨ 'ਚ ਮੂਵ ਕਰ ਰਹੇ ਹਾਂ, ਇੱਕੋ ਇੱਕ ਕੋਆਰਡੀਨੇਟ ਚੇਂਜ ਹੋਏਗਾ। ਤੇ ਜੇ ਅਸੀਂ ਕਹਿੰਦੇ ਹਾਂ ਕਿ ਮੋਸ਼ਨ ਇਨ 2 ਡਾਇਮੈਂਸ਼ਨ, ਅਸੀਂ ਮੂਵ ਕਰ ਰਹੇ ਹਾਂ ਪਲੇਨ ਦੇ ਵਿੱਚ। ਪਲੇਨ ਜਿਹੜਾ ਹੈ 2D ਫਿਗਰ ਹੁੰਦੀ ਹੈ। ਪਲੇਨ ਇਜ਼ ਅ 2D ਫਿਗਰ। ਕੈਰਮ ਬੋਰਡ ਵੀ ਸਾਡਾ 2D ਜਿਹੜਾ ਹੈ ਉਹ ਫਿਗਰ ਹੈ। ਨਾਓ ਜੇ ਇਸ ਤੋਂ ਬਾਅਦ ਅਸੀਂ ਗੱਲ ਕਰੀਏ ਮੋਸ਼ਨ ਇਨ 3 ਡਾਇਮੈਂਸ਼ਨ। 3 ਡਾਇਮੈਂਸ਼ਨ ਮੋਸ਼ਨ ਕੀ ਚੀਜ਼ ਹੈ? ਇਹਦੇ ਵਿੱਚ ਸਾਡੇ ਜਿਹੜੇ ਨੇ ਤਿੰਨੋਂ ਹੀ ਕੋਆਰਡੀਨੇਟਸ ਜਿਹੜੇ ਚੇਂਜ ਹੋਣਗੇ, x, y ਤੇ z। ਮੰਨ ਲਓ ਵੀ ਪਹਿਲਾ ਬਾਡੀ ਸੀ ਸਾਡੀ ਹੈ P1 ਪੁਆਇੰਟ ਤੇ। ਜਦੋਂ P1 ਤੇ ਹੈ ਤੇ ਇੱਥੋਂ ਜਿਹੜਾ ਸਾਡਾ ਡਿਸਟੈਂਸ ਕਿੰਨਾ ਹੈਗਾ ਹੈ x1, ਇਹਦਾ ਕੋਆਰਡੀਨੇਟ ਆ ਗਿਆ x1। ਇਧਰੋਂ ਕਿੰਨਾ ਦੂਰ ਹੈ ਬਾਡੀ ਜਿਹੜੀ ਸਾਡੇ ਕੋਲ ਆ ਗਈ, ਕੋਮਾ ਆ ਗਈ y1, ਇਹ ਡਿਸਟੈਂਸ ਅਸੀਂ ਕਹਿ ਦਿੱਤਾ ਹੈ y1। ਤੇ ਬਾਡੀ ਜਿਹੜੀ ਹੈ z ਵਾਲੇ ਪਾਸੇ ਵੀ ਹੈ, ਮਤਲਬ ਸਪੇਸ ਦੇ ਵਿੱਚ। ਫੋਰ ਐਗਜ਼ਾਮਪਲ ਮੰਨ ਲਓ ਵੀ ਆ ਸਾਡੇ ਕੋਲ, ਅਸੀਂ ਇਹ ਚੌਕ ਦੀ ਗੱਲ ਕਰਦੇ ਹਾਂ। ਇਹ ਚੌਕ ਜਿਹੜਾ ਹੈ ਇਹਦੀ ਪੋਜੀਸ਼ਨ ਜੇ ਅਸੀਂ ਦੱਸਣੀ ਹੈ origin ਦੇ ਅਕੋਰਡਿੰਗ, ਜੇ ਦੱਸਣੀ ਹੈ, ਇੱਕ ਦੱਸਾਂਗੇ ਕਿ x ਐਕਸਿਸ ਤੋਂ ਕਿੰਨਾ ਦੂਰ, ਇੱਕ ਦੱਸਾਂਗੇ ਕਿ ਇਹ y ਐਕਸਿਸ ਤੋਂ ਕਿੰਨਾ ਦੂਰ ਹੈ। ਕੀ ਇਹ ਚੌਕ ਜਿਹੜਾ ਫਲੋਰ ਉੱਪਰ ਹੈ? ਨਹੀਂ, ਇਹ ਤੁਹਾਡਾ ਸਪੇਸ 'ਚ ਹੈ। ਸਪੇਸ ਦਾ ਮਤਲਬ ਉੱਪਰ ਵੀ ਆਣਾ ਪਏਗਾ, ਜਿਹੜੀ ਕਮਰੇ ਦੀ ਉੱਪਰ ਵਾਲੀ ਜਿਹੜੀ ਹੁੰਦੀ ਹੈ ਐਕਸਿਸ ਕਾਰਨਰ ਤੋਂ, ਉਹਦੇ ਅਕੋਰਡਿੰਗ ਵੀ ਸਾਨੂੰ ਇਹਦੀ ਪੋਜੀਸ਼ਨ ਦੱਸਣੀ ਪਏਗੀ।
इस बॉडी की पोजीशन दसन वास्ते सानू 3 कोआर्डीनेट्स की जड़ियां ने वो जरूरत पैनी है। ते वो तीजा कोआर्डीनेट किहड़ा साडा जेड एक्सिस है। फॉर एग्जांपल असी इत्थों देखांगे आ साडी जड़ी है जड़ी साडी जड़ी वैल्यू होएगी इधरों साडे कोल आ जाएगी Z1 ਇਹਦੇ corresponding ਸਾਡੀ वैल्यू आ गई Z1। this is X, this is Y and this is the Z1। ਇਸ ਤਰ੍ਹਾਂ ਜਿਹੜੀ ਹੈ ਬੋਡੀ ਦੀ ਅਸੀਂ ਪੋਜੀਸ਼ਨਸ ਨੂੰ ਜਿਹੜਾ ਆਪਾਂ ਐਕਸਪ੍ਰੈਸ ਕਰਦੇ ਹਾਂ। ਇਹਦਾ ਮਤਲਬ ਸਾਡੇ ਕੋਲ 3 ਤਰ੍ਹਾਂ ਦੀ ਮੋਸ਼ਨਸ ਨੇ, ਪਰ ਇਹਨਾਂ ਵਿੱਚੋਂ ਸਭ ਨਾਲੋਂ ਜਿਹੜੀ ਸਿੰਪਲ ਮੋਸ਼ਨ ਹੈ ਇਟ ਇਜ਼ ਅ ਮੋਸ਼ਨ ਇਨ 1 ਡਾਈਮੈਂਸ਼ਨ। ਇਹਦੇ ਬਾਰੇ ਅਸੀਂ ਜਿਹੜਾ ਹੈ ਇਸ ਚੈਪਟਰ ਦੇ ਵਿੱਚ ਆਪਾਂ ਡਿਟੇਲ ਦੇ ਵਿੱਚ ਜਿਹੜਾ ਆਪਾਂ ਇਹਨੂੰ ਸਟੱਡੀ ਕਰਨਾ ਹੈ। ਨਾਓ ਜਦੋਂ ਵੀ ਮੋਸ਼ਨ ਸਟ੍ਰੇਟ ਲਾਈਨ ਦੇ ਵਿੱਚ ਸਟੱਡੀ ਕਰਨੀ ਹੈ ਤੇ ਸਾਡੇ ਕੋਲ ਜਿਹੜਾ ਹੈ ਇੱਥੇ ਤੁਸੀਂ ਜਿਹੜਾ ਹੈ ਤੀਜਾ ਜਿਹੜਾ ਕੋਆਰਡੀਨੇਟ ਹੈ Z1 ਵੀ ਲਗਾਓਗੇ ਪੋਜੀਸ਼ਨ ਦੱਸਣ ਵਾਸਤੇ। ਨਾਓ ਜਦੋਂ ਵੀ ਬਾਡੀ ਦੀ ਅਸੀਂ ਮੋਸ਼ਨ ਨੂੰ ਐਕਸਪ੍ਰੈਸ ਕਰਨਾ ਹੈ ਤੇ ਸਾਨੂੰ ਜਿਹੜਾ ਹੈ ਇੱਕ ਟਰਮ ਹੈ ਸਾਡੇ ਕੋਲ origin of time and position। origin of time and position ਇਹਨੂੰ ਸਮਝਣਾ ਬਹੁਤ ਜ਼ਰੂਰੀ ਹੈ। ਕਿਸੇ ਵੀ ਬਾਡੀ ਦੀ ਮੋਸ਼ਨ ਨੂੰ ਐਕਸਪ੍ਰੈਸ ਕਰਨ ਵਾਸਤੇ ਇਹਨਾਂ ਦੀ ਜਿਹੜੀ ਹੈ ਨੌਲੇਜ ਸਾਨੂੰ ਹੋਣੀ ਬਹੁਤ ਜ਼ਰੂਰੀ ਹੈ। ਫਸਟ ਆਫ ਆਲ we will discuss what is the origin of time। ਪਹਿਲਾਂ ਅਸੀਂ origin of time ਬਾਰੇ ਜਿਹੜਾ ਅਸੀਂ ਸਟੱਡੀ ਕਰਾਂਗੇ। ਮੰਨ ਲਓ we are moving in a straight line, ਕਿਉਂਕਿ ਅਸੀਂ motion in 1 dimension ਬਾਰੇ ਹੀ ਪੜ੍ਹਨਾ ਇਸ ਚੈਪਟਰ 'ਚ। ਮੰਨ ਲਓ ਅਸੀਂ ਇੱਕ ਸਟ੍ਰੇਟ ਲਾਈਨ ਦੇ ਵਿੱਚ ਸਟ੍ਰੇਟ ਪਾਥ ਦੇ ਵਿੱਚ ਅਸੀਂ ਮੰਨ ਲਓ GT ਰੋਡ ਦੇ ਉੱਪਰ ਜਾ ਰਹੇ ਸਿੱਧਾ। we start from point A, ਅਸੀਂ A ਪੁਆਇੰਟ ਤੋਂ ਸਟਾਰਟ ਹੋਏ। ਉਸ ਤੋਂ ਬਾਅਦ ਰਸਤੇ ਵਿੱਚ ਕੋਈ ਸ਼ਹਿਰ ਆਇਆ, ਸਾਡੇ ਕੋਲ ਸਿਟੀ ਆਈ, B ਪੁਆਇੰਟ ਤੇ ਪਹੁੰਚੇ। then we reach at point C, ਫਿਰ ਉਸ ਤੋਂ ਬਾਅਦ ਅਸੀਂ ਜਿਹੜਾ ਹੈ C ਪੁਆਇੰਟ ਤੇ ਪਹੁੰਚ ਗਏ। ਜਦੋਂ ਅਸੀਂ ਆਪਣੀ ਮੋਸ਼ਨ ਨੂੰ ਸਟਾਰਟ ਕੀਤਾ, ਮੰਨ ਲਓ ਉਸ ਟਾਈਮ ਦੇ ਉੱਤੇ ਜਦੋਂ 9 ਵਜੇ ਆਪਾਂ ਇੱਥੋਂ ਤੁਰੇ ਸੀ ਤੇ 11 ਵਜੇ ਜਿਹੜਾ ਆਪਾਂ B ਸਿਟੀ ਤੇ ਪਹੁੰਚ ਗਏ ਤੇ ਉਸ ਤੋਂ ਬਾਅਦ 1 PM ਅਸੀਂ ਜਿਹੜਾ ਹੈ ਸਿਟੀ C ਦੇ ਉੱਤੇ ਅਸੀਂ ਪਹੁੰਚ ਚੁੱਕੇ ਹਾਂ। Now starting from A at 9 AM, we reaches at point B at 11 AM and at point C at 1 PM ਅਸੀਂ ਜਿਹੜਾ ਉੱਥੇ ਪਹੁੰਚ ਗਏ। Now ਕੋਈ ਸਾਡਾ ਮੰਨ ਲਓ ਰਿਸ਼ਤੇਦਾਰ ਹੈ ਜਿਹੜਾ ਸਿਟੀ B 'ਚ ਰਹਿੰਦਾ ਹੈ ਤੇ ਉਹ ਸਾਨੂੰ ਫੋਨ ਕਰਕੇ ਪੁੱਛਦਾ ਹੈ ਕਿ ਤੁਸੀਂ ਕਦੋਂ ਪਹੁੰਚੋਗੇ, ਤੇ ਅਸੀਂ ਜਿਹੜਾ ਹੈ ਇਹਦਾ ਆਨਸਰ 2 ਤਰੀਕੇ ਨਾਲ ਦੇ ਸਕਦੇ ਹਾਂ। ਅਸੀਂ ਦੇਖਾਂਗੇ ਸਾਨੂੰ ਪਤਾ ਕਿ 11 ਵਜੇ ਇੱਥੇ ਅਸੀਂ ਪਹੁੰਚਣਾ ਹੈ, 9 ਵਜੇ ਤੁਰਨਾ ਹੈ, ਤੇ ਅਸੀਂ ਉਹਨੂੰ ਕਹਿ ਸਕਦੇ ਹਾਂ ਵੀ ਅਸੀਂ ਜਿਹੜਾ ਹੈ 11 ਵਜੇ ਤੁਹਾਡੇ ਕੋਲ ਪਹੁੰਚ ਜਾਵਾਂਗੇ, ਕਿਉਂਕਿ ਉਹਨੇ 9 ਵਜੇ ਤੋਂ ਤੁਰਨਾ ਹੈ ਤੇ 2 ਘੰਟੇ ਬਾਅਦ ਉਹ ਕਹੇਗਾ 11 ਵਜੇ ਅਸੀਂ ਪਹੁੰਚ ਜਾਵਾਂਗੇ। ਜਾਂ ਦੂਸਰਾ ਮੈਥਡ ਕੀ ਹੈ, ਉਹ ਇਸ 9 AM ਨੂੰ ਜਿਹੜਾ ਹੈ ਆਪਣੇ ਮਾਈਂਡ ਦੇ ਵਿੱਚ ਜਿਹੜਾ ਹੈ ਉਹ 0 ਮੰਨ ਲੇਗਾ। ਇਸ ਟਾਈਮ ਨੂੰ ਆਪਣੇ ਮਾਈਂਡ 'ਚ 0 ਮੰਨ ਲੇਗਾ। ਜਦੋਂ ਘੜੀ ਦੇਖੇਗਾ ਵੀ 9 ਵਜੇ ਤੁਰਨਾ ਹੈ, ਉਹ 9 ਨੂੰ ਆਪਣੇ ਮਾਈਂਡ 'ਚ 0 ਮੰਨ ਲਿਆ ਤੇ ਉਹ ਕਹੇਗਾ ਵੀ ਅਸੀਂ ਤੁਹਾਡੇ ਕੋਲ ਜਿਹੜਾ ਹੈ 2 ਆਵਰਸ ਦੇ ਵਿੱਚ ਪਹੁੰਚ ਜਾਵਾਂਗੇ, 2 ਘੰਟੇ ਬਾਅਦ ਜਿਹੜਾ ਹੈ ਅਸੀਂ ਤੁਹਾਡੇ ਕੋਲ ਪਹੁੰਚ ਜਾਵਾਂਗੇ। ਇਹਦਾ ਮਤਲਬ ਜਾਂ ਤੇ ਕਹਿ ਸਕਦਾ ਹੈ 11 ਵਜੇ ਪਹੁੰਚਾਂਗੇ ਤੇ ਜਾਂ ਕਹਿ ਸਕਦਾ ਹੈ ਕਿ ਮੈਂ ਤੁਹਾਡੇ ਕੋਲ ਜਿਹੜਾ 2 ਘੰਟੇ ਬਾਅਦ ਪਹੁੰਚ ਜਾਊਂਗਾ, ਕਿਉਂਕਿ ਉਹਨੇ 9 AM ਨੂੰ ਆਪਣੇ ਮਾਈਂਡ ਦੇ ਵਿੱਚ 0 ਮੰਨ ਲਿਆ। ਐਂਡ ਦੈਟ ਟਾਈਮ 0 ਇਟ ਇਜ਼ ਕਾਲਡ ਦਾ origin of time। ਜਦੋਂ ਅਸੀਂ ਮੋਸ਼ਨ ਦੀ ਇਨਵੈਸਟੀਗੇਸ਼ਨ ਕਰਨੀ ਸਟਾਰਟ ਕੀਤੀ ਕਿ ਹੁਣ ਅਸੀਂ ਮੋਸ਼ਨ ਬਾਰੇ ਦੱਸਣਾ ਹੈ, ਕਿੰਨੇ ਟਾਈਮ ਬਾਅਦ ਪਹੁੰਚਾਂਗੇ, ਉਸ ਟਾਈਮ ਨੂੰ ਅਸੀਂ ਜਿਹੜਾ ਹੈ 0 ਮੰਨ ਲੈਂਦੇ ਹਾਂ। ਇਹ ਜ਼ਰੂਰੀ ਨਹੀਂ ਹੈ ਕਿ ਇੱਥੇ ਹੀ 0 ਮੰਨਣਾ ਹੈ, ਇਹਨੂੰ ਅਸੀਂ ਅੱਗੇ ਵੀ ਡਿਸਕਸ ਕਰਦੇ ਹਾਂ। ਨਾਓ 9 ਤੋਂ 11
ਉਸ ਤੋਂ ਬਾਅਦ 1 ਵਜੇ ਜਿਹੜਾ ਹੈ ਉਹ ਸੀ ਤੇ ਪਹੁੰਚੇਗਾ। 9 10 11 12 1 ਤੇ ਇੱਥੇ ਜਿਹੜਾ ਹੈ ਸਾਡੇ ਕੋਲ 4 ਆਵਰਸ ਹੋ ਜਾਣਗੇ। ਇਹਦਾ ਮਤਲਬ ਜੇ ਇਹਨੂੰ ਅਸੀਂ 0 ਮੰਨਦੇ ਆ ਤੇ ਸੀ ਤੇ ਕਿੰਨੇ ਟਾਈਮ ਬਾਅਦ ਪਹੁੰਚਾਂਗੇ? 4 ਘੰਟੇ ਬਾਅਦ ਪਹੁੰਚਾਂਗੇ। ਜਾਂ ਅਸੀਂ ਕਹਿ ਸਕਦੇ ਹਾਂ 9 ਵਜੇ ਤੁਰੇ ਆ ਤੇ 1 ਵਜੇ ਅਸੀਂ ਸੀ ਤੇ ਪਹੁੰਚਾਂਗੇ। ਇਹ ਤੁਹਾਨੂੰ ਇਸ ਤੱਕ ਕਲੀਅਰ ਹੈ? ਦਿਸ ਇਜ਼ ਦਾ origin ਆਫ ਟਾਈਮ। ਇਹ ਉਹਨੂੰ ਮੰਨਣਾ ਹੈ ਜਦੋਂ ਅਸੀਂ ਆਪਣੀ ਮੋਸ਼ਨ ਜਿਹੜੀ ਹੈ ਇਨਵੈਸਟੀਗੇਸ਼ਨ ਉਹਦੀ ਸਟਾਰਟ ਕਰਨੀ ਹੈ। ਨਾਓ ਇਫ ਮੰਨ ਲਓ ਕਿ ਬਾਈ ਚਾਂਸ ਤੁਸੀਂ ਹੁਣ B ਤੇ ਜਿਹੜਾ ਹੈ ਪਹੁੰਚ ਚੁੱਕੇ, ਇੱਥੇ ਅਸੀਂ ਪਹੁੰਚ ਚੁੱਕੇ ਹਾਂ। ਹੁਣ ਜਦੋਂ ਇੱਥੋਂ B ਤੇ ਅਸੀਂ ਪਹੁੰਚ ਚੁੱਕੇ ਹਾਂ ਫਿਰ ਅਸੀਂ ਜਾਣਾ ਕਿੱਥੇ? ਹਲੇ C ਤੇ ਇੱਥੇ ਵੀ ਤੁਹਾਡੇ ਜਿਹੜੇ ਰਿਲੇਟਿਵਸ ਰਹਿੰਦੇ ਨੇ ਤੇ ਉਹਨੇ ਤੁਹਾਨੂੰ ਜਿਹੜਾ ਹੈ ਫੋਨ ਕਰਕੇ ਪੁੱਛ ਲਿਆ ਵੀ ਤੁਸੀਂ ਹੁਣ ਸਾਡੇ ਕੋਲ ਕਦੋਂ ਆ ਰਹੇ ਹੋ। ਤੇ ਤੁਸੀਂ ਜਿਹੜਾ ਹੈ ਦੋ ਤਰੀਕੇ ਨਾਲ ਆਨਸਰ ਫਿਰ ਇੱਥੋਂ ਵੀ ਦੇ ਸਕਦੇ ਜੇ। ਜਾਂ ਤੇ ਤੁਸੀਂ ਕਹੋਗੇ ਕਿ ਤੁਸੀਂ ਵੇਖਣਾ ਹੀ ਮੈਂ 11 ਵਜੇ ਤੁਰ ਰਿਹਾ, ਮੈਂ ਤੁਹਾਡੇ ਕੋਲ 1 ਵਜੇ ਤੱਕ ਪਹੁੰਚ ਜਾਗਾ। ਤੇ ਜਾਂ ਤੁਸੀਂ ਕੀ ਕਹੋਗੇ ਕਿ ਇਹਨੂੰ ਆਪਣੇ ਮਾਈਂਡ ਦੇ ਵਿੱਚ ਤੁਸੀਂ ਇੱਥੇ ਜਿਹੜਾ ਹੈ 0 ਮੰਨ ਲਓਗੇ, ਕਿਉਂਕਿ 0 ਆਪਣੇ ਅਕੋਰਡਿੰਗ ਜਿੱਥੇ ਮਰਜ਼ੀ ਮੰਨ ਸਕਦੇ ਹਾਂ ਜਦੋਂ ਅਸੀਂ ਇਮੋਸ਼ਨ ਨੂੰ ਆਪਣੀ ਐਕਸਪ੍ਰੈਸ ਕਰਨਾ ਹੈ। ਨਾ ਇੱਥੇ 0 ਮੰਨ ਲਿਆ ਤੇ ਸਾਡੇ ਕੋਲ ਇੱਥੇ ਕਿੰਨਾ ਡਿਫਰੈਂਸ ਹੈ? ਸਾਡੇ ਕੋਲ ਆ ਜਾਏਗਾ 2 ਆਵਰਸ। ਸਾਡੇ ਕੋਲ ਇੱਥੇ ਆ ਜਾਏਗਾ 2 ਆਵਰਸ, ਕਿਉਂਕਿ 11 12 1 ਇੱਥੇ 2। ਅਸੀਂ ਕਹਾਂਗੇ ਤੁਹਾਡੇ ਕੋਲ ਅਸੀਂ 2 ਘੰਟੇ ਬਾਅਦ ਪਹੁੰਚਾਂਗੇ। ਵੈਸੇ ਵੀ ਦੇਖੋ 11 ਤੋਂ 1 2 ਘੰਟੇ ਆ, ਇੱਥੇ ਵੀ ਸਾਡੇ ਕੋਲ ਜਿਹੜਾ ਹੈ ਉਹ 2 ਘੰਟੇ ਹੀ ਹੋਣਗੇ। ਨਾਓ ਇਫ ਦਿਸ ਇਜ਼ 0 ਐਂਡ ਦਿਸ ਇਜ਼ 2 ਆਵਰਸ then here will be ਇੱਥੇ ਟਾਈਮ ਕਿੰਨਾ ਹੋਏਗਾ? ਇਹ ਸਾਡੀ ਸੋਚਣ ਵਾਲੀ ਗੱਲ ਹੈ। ਆ 0 ਇਹਨੂੰ ਮੰਨਿਆ ਤੇ ਇੱਥੇ ਸਾਡਾ ਜਿਹੜਾ ਟਾਈਮ ਆਏਗਾ -2 ਆਵਰਸ ਆਏਗਾ, ਕਿਉਂਕਿ A ਤੇ B ਦਾ ਕਿੰਨਾ ਫਰਕ ਸੀ? 2 ਘੰਟੇ ਦਾ। ਨਾਓ ਇਹ ਜਿਹੜਾ ਪਿੱਛੇ ਵਾਲਾ ਸ਼ਹਿਰ ਨਿਕਲ ਗਿਆ, ਇਹ ਪਿੱਛੇ ਰਹਿ ਗਿਆ, ਇਹ ਸਮਾਂ ਸਾਡਾ ਬੀਤ ਗਿਆ। ਇਹਦੇ ਵਾਸਤੇ ਅਸੀਂ ਨਾਲ ਲਗਾਵਾਂਗੇ ਮਾਈਨਸ। ਨਾਓ ਦਿਸ ਇਜ਼ -2 ਆਵਰਸ। ਇਹਦਾ ਮਤਲਬ A ਤੇ B ਦੇ ਵਿੱਚ ਕਿੰਨਾ ਟਾਈਮ ਦਾ ਫਰਕ ਹੈ? ਫਾਈਨਲ ਵਿੱਚੋਂ ਇਨੀਸ਼ੀਅਲ ਨੂੰ ਮਾਈਨਸ ਕਰ ਦੋ, ਸਾਡੇ ਕੋਲ ਕਿੰਨਾ ਆ ਜਾਏਗਾ? 0 + 2 ਆਵਰਸ ਆ ਜਾਣਗੇ। ਇਹਦਾ ਮਤਲਬ ਕਿ ਜਿਹੜਾ A ਸ਼ਹਿਰ ਹੈ ਉਹ 2 ਘੰਟੇ ਪਹਿਲਾਂ ਪਿੱਛੇ ਨਿਕਲ ਚੁੱਕਾ ਹੈ। ਨਾਓ ਇਹਨਾਂ ਦੋਨਾਂ ਵਿੱਚ ਕਿੰਨਾ ਫਰਕ ਹੈ? 2 ਵਿੱਚੋਂ 0 ਮਾਈਨਸ ਕਰਾਂਗੇ ਤੇ ਸਾਡੇ ਕੋਲ ਕਿੰਨਾ ਆਏਗਾ? ਸਾਡੇ ਕੋਲ ਫਾਈਨਲ ਚੋਂ ਇਨੀਸ਼ੀਅਲ 2 ਚੋਂ 0 ਮਾਈਨਸ ਕੀਤਾ, ਸਾਡੇ ਕੋਲ 2 ਆਵਰਸ ਆ ਗਿਆ। ਨਾਓ A ਤੇ C ਵਿੱਚ ਕਿੰਨਾ ਫਰਕ ਹੈ? 9 ਤੇ 11 4 ਘੰਟੇ ਦਾ। ਜੇ ਇਹਨੂੰ ਰੀਜਨ ਮੰਨਦੇ ਆ ਇਹਦੇ ਵਿੱਚ 4 ਘੰਟੇ ਦਾ ਫਰਕ ਹੈ। ਤੇ ਜੇ ਇਹਨੂੰ ਰੀਜਨ ਮੰਨਦੇ ਆ ਤੇ ਇਹਦੇ ਅਕੋਰਡਿੰਗ ਅਸੀਂ ਚੈੱਕ ਕਰੀਏ, ਫਾਈਨਲ ਵਿੱਚੋਂ ਇਨੀਸ਼ੀਅਲ ਮਾਈਨਸ ਕਰ ਦੋ, ਸਾਡੇ ਕੋਲ ਕੀ ਆਏਗਾ? 2 ਆ ਫਾਈਨਲ ਹੈ -2 it will be equal to again ਸਾਡੇ ਕੋਲ ਜਿਹੜਾ ਹੈ 4 ਆਵਰਸ ਹੀ ਆਏਗਾ। ਇਹਦਾ ਮਤਲਬ origin of time ਨੂੰ ਅਸੀਂ ਜਿੱਥੇ ਮਰਜ਼ੀ ਸ਼ਿਫਟ ਕਰ ਲਈਏ, ਸਾਡਾ ਜਿਹੜਾ ਹੈ 2 ਸ਼ਹਿਰਾਂ ਦੇ ਵਿੱਚ ਟਾਈਮ ਕਵਰੇਜ ਜਿਹੜਾ ਹੈ ਉਹ ਚੇਂਜ ਨਹੀਂ ਹੁੰਦਾ। ਜਿੱਥੇ ਮਰਜ਼ੀ ਆਪਾਂ origin ਨੂੰ ਜਿਹੜਾ ਆਪਾਂ ਸ਼ਿਫਟ ਕਰ ਸਕਦੇ ਹਾਂ। ਨਾਓ ਇੱਕ ਹੋਰ ਐਗਜ਼ਾਮਪਲ ਹੁਣ ਤੁਸੀਂ ਦੱਸਣਾ ਹੈ। ਇਹਦੇ ਅਕੋਰਡਿੰਗ ਮੰਨ ਲਓ ਕਿ ਮੈਂ ਟਾਈਮ ਨੂੰ ਇੱਥੇ 0 ਮੰਨਦਾ ਹੈ, C ਪੁਆਇੰਟ ਦੇ ਉੱਤੇ ਮੈਂ ਟਾਈਮ ਨੂੰ 0 ਮੰਨ ਲਿਆ। ਨਾਓ ਵਾਟ ਵਿਲ ਬੀ ਦਾ ਟਾਈਮ ਹੇਅਰ? ਇੱਥੇ ਟਾਈਮ ਕੀ ਆਏਗਾ? ਜੇ ਇਹਨੂੰ 0 ਮੰਨਿਆ, ਇਹ ਟਾਈਮ ਤੇ ਬੀਤ ਚੁੱਕਾ ਹੈ, ਕਿੰਨਾ ਫਰਕ ਹੈ? 11 ਤੇ 1 ਦਾ। ਇਟ ਵਿਲ ਬੀ -2 ਆਵਰਸ। ਨਾਓ ਵਾਟ ਵਿਲ ਬੀ ਟਾਈਮ ਹੇਅਰ? ਇੱਥੇ ਟਾਈਮ ਕਿੰਨਾ ਆਏਗਾ? 1 ਤੇ 9 ਦਾ ਕਿੰਨਾ ਫਰਕ ਹੈ? ਇੱਥੇ ਆਏਗਾ -4 ਆਵਰਸ। origin ਤੋਂ ਲੈਫਟ ਵਾਲੇ ਨੈਗੇਟਿਵ, origin ਤੋਂ ਰਾਈਟ ਵਾਲੇ ਪਾਸੇ ਅਸੀਂ ਜਿਹੜਾ ਹੈ ਪੋਜ਼ਿਟਿਵ ਸਾਈਨ ਲਗਾਉਣਾ ਹੈ। ਨਾਓ ਇਹਨਾਂ ਦੋਨਾਂ ਵਿੱਚ ਟਾਈਮ ਦਾ ਕਿੰਨਾ ਫਰਕ ਹੈ? ਫਾਈਨਲ ਵਿੱਚੋਂ ਇਨੀਸ਼ੀਅਲ ਮਾਈਨਸ ਕਰੋ, 0 ਚੋਂ ਜਦੋਂ ਇਹਨੂੰ ਮਾਈਨਸ ਕਰੋਗੇ ਤੇ +2 ਆਏਗਾ। ਇਹਨਾਂ ਦੋਨਾਂ 'ਚ ਕਿੰਨਾ ਫਰਕ ਹੈ? ਇਹਨਾਂ ਦੋਨਾਂ 'ਚ ਕਿੰਨਾ ਫਰਕ ਹੈ? 2 ਘੰਟੇ ਦਾ। ਆ ਸਾਡਾ ਫਾਈਨਲ ਵਿੱਚੋਂ ਅਸੀਂ ਮਾਈਨਸ ਕਰਾਂਗੇ ਇਨੀਸ਼ੀਅਲ, -2 + 4 ਸਾਡੇ ਕੋਲ ਆ ਜਾਏਗਾ ਅਗੇਨ ਸਾਡੇ ਕੋਲ 2 ਆਵਰਸ ਆ ਗਿਆ। ਡਿਫਰੈਂਸ ਸਾਡਾ ਓਨਾ ਹੀ ਰਹੇਗਾ। ਜਿੱਥੇ ਮਰਜ਼ੀ ਅਸੀਂ ਟਾਈਮ ਦਾ origin ਸ਼ਿਫਟ ਕਰ ਸਕਦੇ ਹਾਂ ਤੇ ਆਪਣੀ ਜਿਹੜੀ ਹੈ ਕਨਵੀਨੀਅੰਸ ਦੇ ਅਕੋਰਡਿੰਗ ਅਸੀਂ ਚੱਲਾਂਗੇ। ਆਨਸਰ ਅਸੀਂ 2 ਤਰੀਕੇ ਨਾਲ ਦਿੰਦੇ ਆ। ਕਈ ਵਾਰੀ ਕਹਿੰਦੇ ਆ ਵੀ 9 ਵਜੇ ਚੱਲਿਆ ਵੀ 11 ਵਜੇ ਪਹੁੰਚਾਂਗੇ, ਕਈ ਵਾਰੀ ਅਸੀਂ ਕਹਿੰਦੇ ਆ ਵੀ ਮੈਂ 2 ਘੰਟੇ 'ਚ ਪਹੁੰਚਿਆ।
ਫਿਰ ਉਹ ਜਿਹੜਾ ਦੂਸਰਾ ਬੰਦਾ ਹੈ ਉਹ ਆਪਣੇ ਅਕੋਰਡਿੰਗ ਵੇਖ ਲੈਂਦਾ ਵੀ ਇਹਨੇ 2 ਘੰਟੇ ਗਏ ਆ, ਉਹ ਜਿੰਨਾ ਟਾਈਮ ਹੁੰਦਾ ਹੈ ਉਹਦੇ ਵਿੱਚ 2 ਪਲੱਸ ਕਰ ਲੈਂਦਾ, ਉਹਨੂੰ ਆਈਡੀਆ ਮਿਲ ਜਾਂਦਾ ਵੀ ਇਹਨੇ ਨੇ 11 ਵਜੇ ਸਾਡੇ ਕੋਲ ਜਿਹੜਾ ਹੈ ਉਹ ਪਹੁੰਚ ਜਾਣਾ ਹੈ। ਇਸ ਤਰ੍ਹਾਂ ਅਸੀਂ ਟਾਈਮ ਦਾ ਓਰੀਜਨ ਜਿੱਥੇ ਮਰਜ਼ੀ ਅਸੀਂ ਸ਼ਿਫਟ ਕਰ ਸਕਦੇ ਹਾਂ ਤੇ 2 ਸ਼ਹਿਰਾਂ ਵਿੱਚ ਟਾਈਮ ਜਿਹੜਾ ਹੈ ਉਹ ਚੇਂਜ ਨਹੀਂ ਹੁੰਦਾ। ਨਾਓ ਸੈਕੰਡ ਜਿਹੜਾ ਸੀ ਸਾਡੇ ਕੋਲ origin of ਜਿਹੜਾ ਹੈ position ਹੈ। ਨਾਓ ਸਿਮਿਲਰਲੀ ਮੰਨ ਲਓ ਬੋਡੀ ਜਿਹੜੀ ਹੈ in a straight line ਮੂਵ ਕਰ ਰਹੀ ਹੈ, starting from again A reaches at point B then reaches at point C। ਜਦੋਂ A ਤੋਂ ਪਹੁੰਚੀ B ਤੱਕ ਮੰਨ ਲਓ ਵੀ ਉਹਨੇ 80 ਕਿਲੋਮੀਟਰ ਜਿਹੜਾ ਡਿਸਟੈਂਸ ਕਵਰ ਕਰਨਾ ਹੈ। A ਤੋਂ ਲੈ ਕੇ ਜਿਹੜਾ ਹੈ C ਤੱਕ ਜਿਹੜਾ ਹੈ ਮੰਨ ਲਓ ਵੀ ਸਾਡੇ ਕੋਲ 100 ਕਿਲੋਮੀਟਰ ਜਿਹੜਾ ਹੈ ਸਾਡਾ ਇਹ ਡਿਸਟੈਂਸ ਹੈ। ਅਸੀਂ ਸਟਾਰਟ ਹੋਏ ਆ A ਤੋਂ B ਤੱਕ 100 ਕਿਲੋਮੀਟਰ, A ਤੋਂ C ਤੱਕ ਜਿਹੜਾ ਹੈ 80, A ਤੋਂ C ਤੱਕ ਸਾਡੇ ਕੋਲ ਜਿਹੜਾ ਹੈ 100 ਕਿਲੋਮੀਟਰ ਜਿਹੜਾ ਹੈ ਟੋਟਲ ਡਿਸਟੈਂਸ ਹੈ। ਨਾਓ ਇੱਥੇ ਜਿਹੜਾ ਹੈ ਮੰਨ ਲਓ ਸਾਨੂੰ ਪੁੱਛੇ ਕਿ B ਜਿਹੜਾ ਸ਼ਹਿਰ ਹੈ A ਤੋਂ ਕਿੰਨਾ ਦੂਰ ਹੈ। ਅਸੀਂ ਕੀ ਕਰਾਂਗੇ, ਇਹਦੀ ਜਿਹੜੀ ਪੋਜੀਸ਼ਨ ਹੈ ਇਸ ਨੂੰ ਅਸੀਂ 0 ਲਿਖ ਦਾਂਗੇ। ਯਾਦ ਰੱਖਣਾ ਹੈ ਕਿ x ਜਿਹੜਾ ਹੈ ਸਾਡਾ x, ਇਹਨੂੰ ਪੋਜੀਸ਼ਨ ਦੇ ਲਈ ਆਪਾਂ ਰਿਪਰੈਜ਼ੈਂਟ ਕਰਾਂਗੇ। what is the meaning of x? it represents the position of the object। ਅਸੀਂ ਮੰਨ ਲਓ A ਤੋਂ ਤੁਰੇ, ਜਦੋਂ A ਤੋਂ ਤੁਰੇ ਉਹਨੂੰ ਅਸੀਂ ਜਿਹੜਾ ਹੈ 0 ਮੰਨ ਲਿਆ। then what will be the position of B? it will be 80 ਕਿਲੋਮੀਟਰ, ਕਿਉਂਕਿ ਇਹ 80 ਕਿਲੋਮੀਟਰ ਦੂਰ ਹੈ। what will be the position of C? it will be 100 ਕਿਲੋਮੀਟਰ। ਇਹ ਪੋਜੀਸ਼ਨ ਕਿਹਦੇ ਅਕੋਰਡਿੰਗ ਨੇ? ਇਸ ਪੁਆਇੰਟ ਦੇ ਅਕੋਰਡਿੰਗ ਜਿਹਨੂੰ ਅਸੀਂ origin ਮੰਨਿਆ, ਇਹਦੇ ਅਕੋਰਡਿੰਗ ਬਾਕੀ ਜਿਹੜੇ ਸ਼ਹਿਰ ਨੇ ਉਹਦਾ ਅਸੀਂ ਡਿਸਟੈਂਸ ਜਿਹੜਾ ਰਿਪਰੈਜ਼ੈਂਟ ਕਰਦਾ ਕਿ ਆ 0 ਹੈ ਤੇ ਇਹਦੇ ਅਕੋਰਡਿੰਗ 80 ਕਿਲੋਮੀਟਰ ਹੈ, ਇਹਦੇ ਅਕੋਰਡਿੰਗ ਜਿਹੜਾ C ਹੈ ਸਾਡਾ 100 ਕਿਲੋਮੀਟਰ ਜਿਹੜਾ ਹੈ ਉਹ ਦੂਰ ਹੈ। ਨਾਓ ਸਪੋਜ਼ ਜੇ ਅਸੀਂ ਆਹ ਵਾਲਾ ਜਿਹੜਾ ਪੁਆਇੰਟ ਹੈ B, ਇਸ ਨੂੰ origin ਮੰਨ ਲਈਏ, ਜੇ ਇਸ ਨੂੰ ਅਸੀਂ ਸਟਾਰਟਿੰਗ ਪੁਆਇੰਟ ਮੰਨਦੇ ਹਾਂ, ਮੰਨ ਲਓ ਇੱਥੋਂ ਤੱਕ ਅਸੀਂ ਆ ਗਏ ਹਾਂ, ਹੁਣ ਇਹਨੂੰ ਅਸੀਂ origin ਮੰਨ ਲਿਆ ਕਿ C ਕਿੰਨਾ ਦੂਰ ਹੈ। ਨਾਓ we can write 80 ਤੇ 100 ਤੇ ਤੁਹਾਡੇ ਕੋਲ ਇਹਦੀ ਪੋਜੀਸ਼ਨ ਕਿੰਨੀ ਆਏਗੀ ਸੋਚੋ। ਆ 80 ਤੇ ਹੈ, ਇਹ 100, ਇਹਦਾ ਮਤਲਬ ਫਰਕ ਕਿੰਨਾ ਆਇਆ ਸਾਡੇ ਕੋਲ 20 ਕਿਲੋਮੀਟਰ ਆ ਗਿਆ। ਨਾਓ ਇਹਨਾਂ ਦੋਨਾਂ 'ਚ ਕਿੰਨਾ ਫਰਕ ਸੀ? ਸਾਡਾ 0 ਤੇ ਆ ਸਾਡਾ 80 ਸੀ ਤੇ ਇਹ origin ਦੇ ਲੈਫਟ ਸਾਈਡ ਤੇ ਇਹ ਸਾਡਾ ਆ ਜਾਏਗਾ -80 ਕਿਲੋਮੀਟਰ। ਨਾਓ ਇਸ ਤਰ੍ਹਾਂ ਵੀ ਅਸੀਂ ਜਿਹੜਾ ਹੈ ਪੋਜੀਸ਼ਨ ਜਿਹੜੀ origin ਵਾਲੀ ਇੱਥੇ ਲੈ ਗਏ। ਨਾਓ ਇਹਨਾਂ ਦੋਨਾਂ 'ਚ ਦੇਖੋ ਕਿੰਨਾ ਡਿਫਰੈਂਸ ਹੈ। 100 ਚੋਂ 80 ਮਾਈਨਸ ਕਰੋ 20, ਇਹਦੇ ਅਕੋਰਡਿੰਗ ਵੀ ਚੱਲੋ, 20 ਚੋਂ ਅਸੀਂ 0 ਮਾਈਨਸ ਕੀਤਾ ਤੇ ਸਾਡਾ 20 ਆ ਗਿਆ। ਇਹਨਾਂ ਦੋਨਾਂ ਪੁਆਇੰਟਾਂ ਵਿੱਚ ਕਿੰਨਾ ਡਿਸਟੈਂਸ ਸੀਗਾ ਸਾਡੇ ਕੋਲ? 80 ਚੋਂ 0 ਮਾਈਨਸ ਕੀਤਾ ਤੇ 80 ਕਿਲੋਮੀਟਰ। ਤੇ ਜੇ ਇਹਦੇ ਅਕੋਰਡਿੰਗ ਚੱਲਦੇ ਆ 0 ਮਤਲਬ ਫਾਈਨਲ ਚੋਂ ਇਨੀਸ਼ੀਅਲ ਮਾਈਨਸ ਕਰਨੇ, 0 ਵਿੱਚੋਂ -80 ਮਾਈਨਸ ਕਰੋਗੇ ਤਾਂ ਸਾਡੇ ਕੋਲ ਅਗੇਨ ਸਾਡੇ ਕੋਲ ਕੀ ਆਏਗਾ 80 ਕਿਲੋਮੀਟਰ। ਕਹਿਣ ਦਾ ਮਤਲਬ ਹੈ ਬਾਡੀ ਦੀ ਜਿਹੜੀ ਹੈ ਪੋਜੀਸ਼ਨ ਦੱਸਣ ਵਾਸਤੇ ਜਿਹੜਾ origin ਹੈ ਪੋਜੀਸ਼ਨ ਵਾਲਾ, ਇਸ ਨੂੰ ਵੀ ਅਸੀਂ ਜਿਸ ਮਰਜੀ ਪੁਆਇੰਟ ਦੇ ਉੱਪਰ ਜਿਹੜਾ ਆਪਾਂ ਸ਼ਿਫਟ ਕਰ ਸਕਦੇ ਹਾਂ। ਜਿੱਥੇ ਮਰਜੀ ਸ਼ਿਫਟ ਕਰੋ ਤੇ 2 ਪੁਆਇੰਟਾਂ ਦੇ ਵਿੱਚ ਜਿਹੜਾ ਡਿਸਟੈਂਸ ਹੈ ਉਹ ਕਦੀ ਵੀ ਚੇਂਜ ਨਹੀਂ ਹੁੰਦਾ। ਅਸੀਂ ਆਪਣੇ ਅਕੋਰਡਿੰਗ ਜੋ ਅਸੀਂ ਆਨਸਰ ਦੇਣਾ ਚਾਹੁੰਦੇ ਹਾਂ, ਆਪਣੀ ਕਨਵੀਨੀਅੰਸ ਦੇ ਅਕੋਰਡਿੰਗ ਜਿੱਥੇ ਮਰਜੀ ਆਪਾਂ ਜਿਹੜਾ ਹੈ ਰੀਜਨ ਆਫ ਟਾਈਮ ਵੀ ਮੰਨ ਸਕਦੇ ਹਾਂ ਤੇ origin ਆਫ ਪੋਜੀਸ਼ਨ ਵੀ ਆਪਾਂ ਮੰਨ ਸਕਦੇ ਹਾਂ। ਇਹ ਸਾਡਾ ਅੱਜ ਦਾ ਜਿਹੜਾ ਮੇਨ ਟੌਪਿਕ ਸੀਗਾ ਤੇ ਇਹਦੇ ਵਿੱਚ ਅਸੀਂ ਇੱਕ ਚੀਜ਼ ਨਵੀਂ ਸਿੱਖੀ ਹੈ ਕਿ ਜਿਹੜਾ x ਹੈ ਇਹ ਪੋਜੀਸ਼ਨ ਨੂੰ ਦੱਸਣ ਵਾਸਤੇ ਵਰਤਿਆ ਜਾਏਗਾ। ਤੇ ਜੇ ਮੈਂ x ਦੇ ਨਾਲ ਬ੍ਰੈਕਟ ਵਿੱਚ 0 ਪਾ ਦਵਾਂਗਾ, ਇਹਦਾ ਮਤਲਬ ਹੈ ਕਿ ਪੋਜੀਸ਼ਨ ਜਿਹੜੀ ਹੈ ਐਟ ਟਾਈਮ 0, ਜਦੋਂ ਵੀ ਪੋਜੀਸ਼ਨ ਦੱਸਣੀ ਹੈ ਲਾਈਕ ਦਿਸ, ਇਟ ਇਜ਼ ਦਾ ਪੋਜੀਸ਼ਨ ਆਫ ਦਾ ਬੋਡੀ ਐਟ ਟਾਈਮ t। ਇਹਨੂੰ ਕੀ ਪੜੋਗੇ? ਪੋਜੀਸ਼ਨ ਆਫ ਦਾ ਬੋਡੀ ਐਟ ਟਾਈਮ t ਇਕੁਅਲ ਟੂ 0। ਸਿਮਿਲਰਲੀ ਇਹਨੂੰ ਹੋਰ ਅਸੀਂ x ਦੇ ਪੈਰ ਤੇ 0 ਵੀ ਪਾ ਸਕਦੇ ਹਾਂ। ਦਿਸ ਇਜ਼ ਦਾ ਪੋਜੀਸ਼ਨ ਆਫ ਦਾ ਆਬਜੈਕਟ ਔਰ ਬੋਡੀ ਐਟ ਟਾਈਮ 0 ਤੇ ਇਸ ਨੂੰ ਅਸੀਂ ਜਿਹੜਾ ਹੈ x ਦੇ ਪੈਰ ਵਿੱਚ ਅਸੀਂ
टी भी रिप्रेजेंट कर सकते हैं, जिसका मतलब है पोजीशन ऑफ अ बॉडी एट टाइम टी। ਇਹ ਸਾਡੀਆਂ ਜਿਹੜੀਆਂ ਨੇ ਕੁਝ ਰਿਪਰੈਜ਼ੈਂਟੇਸ਼ਨਸ ਹੈਗੀਆਂ ਜਿਹੜੇ ਪੋਜੀਸ਼ਨ ਨੂੰ ਆਪਾਂ ਜਿਹੜਾ ਹੈ ਰਿਪਰੈਜ਼ੈਂਟ ਕਰਨਾ ਹੈ। ਨਾਓ ਅੱਜ ਦੇ ਟੌਪਿਕ ਵਿੱਚ ਜਿਹੜਾ ਲੱਗਦਾ ਜਿਸ ਤਰ੍ਹਾਂ ਤੁਸੀਂ ਜਿਹੜਾ ਹੈ ਆਪਣਾ 1 ਡਾਈਮੈਂਸ਼ਨ 2 ਤੇ 3 ਡਾਈਮੈਂਸ਼ਨ ਬਾਰੇ ਸਿੱਖਿਆ, ਬਟ ਇਹਦੇ ਵਿੱਚ ਜਿਹੜਾ ਬੇਟਾ ਤੁਸੀਂ ਇਸ ਚੀਜ਼ ਨੂੰ ਧਿਆਨ ਰੱਖਣਾ ਹੈ ਕਿ ਕੁਐਸਚਨ ਕਿਸ ਤਰ੍ਹਾਂ ਦਾ ਆਉਂਦਾ ਹੈ, what do you mean by motion in 1 dimension? Then you will just say when the body moves in a straight line and one coordinate change। फिर ਇਹਦੀ ਨਾਲ ਤੁਸੀਂ ਐਗਜ਼ਾਮਪਲ ਦੇ ਦੇਣੀ ਹੈ। ਇਸ ਤਰ੍ਹਾਂ ਮੋਸ਼ਨ ਇਨ 2 ਡਾਈਮੈਂਸ਼ਨ ਦੀ ਐਗਜ਼ਾਮਪਲ, ਇਸ ਤਰ੍ਹਾਂ 3 ਡਾਈਮੈਂਸ਼ਨ ਦੀ ਜਿਹੜੀ ਆਪਾਂ ਐਗਜ਼ਾਮਪਲ ਦੇ ਸਕਦੇ ਹਾਂ। origin of time ਵਾਲਾ ਜਿਹੜਾ ਕੁਐਸਚਨ ਜਿਹੜਾ ਹੈ ਇਹਦੇ ਵਿੱਚ ਕੀ ਪੁੱਛਿਆ ਜਾਂਦਾ ਹੈ, what are the characteristics of the origin of time and origin of position? ਕੀ origin of time ਨੂੰ ਅਸੀਂ ਜਿੱਥੇ ਮਰਜ਼ੀ ਸ਼ਿਫਟ ਕਰ ਸਕਦੇ ਹਾਂ? ਯੈਸ। ਕੀ origin of position ਨੂੰ ਜਿੱਥੇ ਮਰਜ਼ੀ ਸ਼ਿਫਟ ਕਰ ਸਕਦੇ ਹਾਂ? ਯੈਸ ਕਰ ਸਕਦੇ ਹਾਂ। ਕੀ origin ਸ਼ਿਫਟ ਕਰਨ ਦੇ ਨਾਲ ਕਿ ਦੋ ਸ਼ਹਿਰਾਂ ਦੇ ਵਿੱਚ ਟਾਈਮ ਇੰਟਰਵਲ ਦਾ ਫਰਕ ਪਏਗਾ? ਨੋ, ਕੋਈ ਫਰਕ ਨਹੀਂ ਪੈਂਦਾ। ਕੀ ਉਹਨਾਂ ਸ਼ਹਿਰਾਂ ਦੇ ਜਿਹੜਾ ਡਿਸਟੈਂਸ ਸੀ ਦੋਵਾਂ ਦਾ ਕੀ ਉਹ ਚੇਂਜ ਹੋ ਜਾਏਗਾ? ਉਹ ਵੀ ਸਾਡਾ ਜਿਹੜਾ ਹੈ ਉਹ ਚੇਂਜ ਨਹੀਂ ਹੁੰਦਾ। ਕੀ origin ਜਿਹੜਾ ਹੈ ਹਮੇਸ਼ਾ ਸਟਾਰਟਿੰਗ ਜਿਹੜਾ ਹੈਗਾ ਸਾਡੀ ਮੋਸ਼ਨ ਨੂੰ ਹੀ ਰਿਪਰੈਜ਼ੈਂਟ ਕਰਦਾ? ਨਹੀਂ, ਇਹ ਜਿੱਥੋਂ ਮਰਜ਼ੀ ਅਸੀਂ ਜਿਹੜਾ ਹੈ ਆਪਣੀ ਕਨਵੀਨੀਅੰਸ ਦੇ ਅਕੋਰਡਿੰਗ ਅਸੀਂ ਇਹਨੂੰ ਰਿਪਰੈਜ਼ੈਂਟ ਕਰ ਸਕਦੇ ਹਾਂ। ਨਾਓ ਥੈਂਕ ਯੂ।